My dear students of 8th class, value of money is the first lesson of our new book. Today I am going to discuss this lesson with you. Look up the following words in a dictionary. You should seek the following information about the words and put them in your words notebook. ਸੋ ਬੱਚਿਓ ਕੁਝ ਵਰਡਸ ਨੇ ਹੇਠਾਂ ਲਿਖੇ ਹੋਏ, ਤੁਸੀਂ ਉਹਨਾਂ ਨੂੰ ਦੇਖਣਾ ਆ, ਡਿਕਸ਼ਨਰੀ ਦਾ ਯੂਜ਼ ਕਰਨਾ ਆ ਅਤੇ ਉਹਦੇ ਬਾਰੇ ਕੁਛ ਇਨਫੋਰਮੇਸ਼ਨ ਤੁਸੀਂ ਆਪਣੀਆਂ ਕਾਪੀਜ਼ 'ਤੇ ਨੋਟ ਕਰਨੀ ਆ। ਮੀਨਿੰਗ ਆਫ ਦਾ ਵਰਡਸ ਐਜ਼ ਯੂਜ਼ਡ ਇਨ ਦਾ ਲੈਸਨ, ਇਹਨਾਂ ਵਰਡਸ ਦੇ ਮੀਨਿੰਗ ਲੱਭਣੇ ਡਿਕਸ਼ਨਰੀ ਦੇ ਵਿੱਚੋਂ। ਐਡਜੈਕਟਿਵ ਆ, ਨਾਊਨ ਆ ਕਿ ਵਰਬ ਆ, ਇਹ ਦੱਸਣਾ ਤੁਸੀਂ। ਪ੍ਰਨੰਸੀਏਸ਼ਨ, ਵੀ ਉਹਨੂੰ ਕਿਸ ਤਰ੍ਹਾਂ ਬੋਲਣਾ ਵਰਡ ਨੂੰ। ਸਪੈਲਿੰਗਸ, ਫਿਰ ਇਹਨਾਂ ਦੇ ਸਪੈਲਿੰਗਸ ਵੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਬਿਠਾਉਣੇ ਆ, ਯਾਦ ਕਰਨੇ ਆ। ਕਿਹੜੇ ਵਰਡਸ ਨੇ ਇਹ? ਪ੍ਰੋਸੈਸਰ ਆਮ ਤੌਰ 'ਤੇ ਇਹ ਵਰਡ ਯੂਜ਼ ਹੁੰਦਾ ਆ ਕਿਸੇ ਚੀਜ਼ ਨੂੰ ਪ੍ਰੋਸੈਸ ਕਰਨ ਲਈ, ਕਿਸੇ ਚੀਜ਼ ਨੂੰ ਤਿਆਰ ਕਰਨ ਦੇ ਲਈ। ਪਰ ਇਸ ਲੈਸਨ ਦੇ ਵਿੱਚ ਇਹਦਾ ਯੂਜ਼ ਕੀਤਾ ਗਿਆ ਕੰਪਿਊਟਰ ਦੇ ਵਿੱਚ। ਜਿਵੇਂ ਆਪਾਂ ਇਨਫੋਰਮੇਸ਼ਨ ਦੀ ਇਨਪੁਟ ਵਿੱਚ ਕਰਦੇ ਹਾਂ ਅਤੇ ਉਹਨੂੰ ਪ੍ਰੋਸੈਸ ਕਰਕੇ ਆਊਟਪੁੱਟ ਸਾਡੇ ਅੱਗੇ ਰੱਖਦਾ ਆ, ਤਾਂ ਕੰਪਿਊਟਰ ਦੀ ਮਸ਼ੀਨ ਦੇ ਵਿੱਚ ਜੋ ਕੁਛ ਹੈਗਾ ਉਹਨੂੰ ਅਸੀਂ ਪ੍ਰੋਸੈਸਰ ਦੇ ਤੌਰ 'ਤੇ ਲੈਂਦੇ ਹਾਂ। ਅੱਗੇ ਆ ਵਰਡ ਇੰਟਰੀਗਿਊ। ਇੰਟਰੀਗਿਊ ਮੀਨਸ ਸਾਜ਼ਿਸ਼, ਕੋਈ ਸਕੀਮ ਬਣਾਉਣਾ ਤਾਂ ਕਿ ਕਿਸੇ ਬੰਦੇ ਨੂੰ ਉਹਦੇ ਵਿੱਚ ਲੈ ਕੇ ਆਉਣਾ, ਫਸਾਉਣਾ, ਉਹਨੂੰ ਸਾਜ਼ਿਸ਼ ਵਾਸਤੇ ਵਰਡ ਯੂਜ਼ ਕਰਦੇ ਹਾਂ। ਰਿਵਿਊ ਹੁੰਦਾ ਕਿਸੇ ਚੀਜ਼ ਬਾਰੇ ਜਾਂ ਕਿਸੇ ਵਿਅਕਤੀ ਬਾਰੇ ਆਪਣੇ ਵਿਚਾਰ ਪੇਸ਼ ਕਰਨੇ। ਫੀਚਰ, ਵਿਸ਼ੇਸ਼ਤਾਵਾਂ। ਅਲਟੀਮੇਟ ਦਾ ਅਸੀਂ ਯੂਜ਼ ਕਰਦੇ ਹਾਂ ਸਰਵੋਤਮ ਲਈ ਜਾਂ ਆਖਰੀ ਦੇ ਲਈ। ਲਿਮੀਟੇਸ਼ਨ ਹੁੰਦਾ ਸੀਮਾਵਾਂ ਜਾਂ ਹੱਦਾਂ ਦੇ ਲਈ ਜਾਂ ਰੋਕਾਂ ਦੇ ਲਈ। ਕੰਜ਼ਿਊਮਰ ਤੋਂ ਬਣਿਆ ਆ। ਕੰਜ਼ਿਊਮਰ ਹੁੰਦਾ ਉਪਭੋਗਤਾ, ਜਿਹੜਾ ਕੋਈ ਚੀਜ਼ ਕਿਸੇ ਚੀਜ਼ ਨੂੰ ਯੂਜ਼ ਕਰਦਾ ਹੈ, ਵਰਤਦਾ ਆ। ਖਪਤਕਾਰ ਵੀ ਵਰਡ ਇਹਦੇ ਲਈ ਯੂਜ਼ ਕਰਦੇ, ਉਸ ਤੋਂ ਕੰਜ਼ਿਊਮਰਿਸਟ ਬਣਿਆ। ਓਬਸੈਸਡ ਹੁੰਦਾ ਜਨੂੰਨ ਸਵਾਰ ਹੋਣਾ, ਕਿਸੇ ਕੰਮ ਨੂੰ ਜੇਕਰ ਕਰਨਾ ਆ ਜਾਂ ਕੁਛ ਕਰਨ ਦੇ ਲਈ ਦਿਮਾਗ ਦੇ ਉੱਤੇ ਜਿਵੇਂ ਭੂਤ ਸਵਾਰ ਹੋ ਜਾਂਦਾ, ਉਹਦੇ ਲਈ ਵਰਡ ਯੂਜ਼ ਹੁੰਦਾ ਓਬਸੈਸ। ਸਟੋਰੇਜ ਹੁੰਦਾ ਕਿਸੇ ਚੀਜ਼ ਨੂੰ ਸਟੋਰ ਕਰਨ ਦੀ ਸਮਰੱਥਾ, ਭੰਡਾਰਨ ਕਰਨ ਦੀ ਸਮਰੱਥਾ। ਇਨਵੈਸਟਿੰਗ ਹੁੰਦਾ ਨਿਵੇਸ਼ ਤੋਂ ਬਣਿਆ, ਮਤਲਬ ਜਿਵੇਂ ਆਪਾਂ ਸਾਡੇ ਕੋਲ ਪੈਸੇ ਹੈਗੇ ਆ, ਅਸੀਂ ਉਹ ਕਿਸੇ ਕੰਮ ਦੇ ਵਿੱਚ ਲਾਉਣੇ ਆ, ਬੈਂਕ 'ਚ ਜਮ੍ਹਾਂ ਕਰਾਉਣੇ ਆ, ਉਸ ਤੋਂ ਇਨਵੈਸਟਿੰਗ ਵਰਡ ਯੂਜ਼ ਹੋਇਆ। ਇਹ ਕੁਛ ਵਰਡ ਹੈ ਜਿਹੜੇ ਇਸ ਲੈਸਨ ਦੇ ਵਿੱਚ ਆਉਣੇ ਆ। I was 14 when I learned the value of money. I wanted to get myself a new computer, although there was nothing wrong with the computer I was already using. ਜਦੋਂ ਮੈਂ ਪੈਸੇ ਦਾ ਮੁੱਲ ਸਿੱਖਿਆ, ਯਾਨੀ ਪੈਸੇ ਦੀ ਵੈਲਿਊ ਸਿੱਖੀ, ਕੀਮਤ ਸਿੱਖੀ, ਤਾਂ ਮੈਂ 14 ਸਾਲ ਦਾ ਸੀ। ਮੈਂ ਇੱਕ ਨਵਾਂ ਕੰਪਿਊਟਰ ਲੈਣਾ ਚਾਹੁੰਦਾ ਸੀ, ਜਦ ਕਿ ਮੇਰੇ ਪੁਰਾਣੇ ਕੰਪਿਊਟਰ ਨੂੰ ਕੁਝ ਵੀ ਨਹੀਂ ਹੋਇਆ ਸੀ। ਯਾਨੀ ਪੁਰਾਣਾ ਕੰਪਿਊਟਰ ਵੀ ਚੱਲਦਾ ਸੀ ਚੰਗਾ ਭਲਾ, ਪਰ ਮੈਂ ਨਵਾਂ ਲੈਣਾ ਚਾਹੁੰਦਾ ਸੀ। ਇਟ ਵਾਜ਼ ਸਮਰ ਬ੍ਰੇਕ ਹੁੰਦਾ ਗਰਮੀਆਂ ਦੀਆਂ ਛੁੱਟੀਆਂ। ਐਂਡ ਆਈ ਹੈਡ ਬੀਨ ਵਾਚਿੰਗ ਅ ਲੋਟ ਆਫ TV. ਦੇਰ ਵਾਜ਼ ਦਿਸ ਵਨ ਐਡਵਰਟਾਈਜ਼ਮੈਂਟ ਦੈਟ ਵੁੱਡ ਪੌਪ ਅਪ ਔਨ ਦਾ ਸਕਰੀਨ ਆਲ ਦਾ ਟਾਈਮ। ਪੌਪ ਅਪ ਦਿਖਣਾ ਤੁਹਾਨੂੰ। It was for the latest Bell computer. It had the fastest processor and unbelievably high storage among many other new features. ਗਰਮੀਆਂ ਦੀਆਂ ਛੁੱਟੀਆਂ ਸੀ ਅਤੇ ਮੈਂ ਬਹੁਤ ਜ਼ਿਆਦਾ TV ਦੇਖ ਰਿਹਾ ਸੀ। ਅਚਾਨਕ ਮੈਂ TV ਦੇ ਉੱਤੇ ਇਹ ਮਸ਼ਹੂਰੀ ਦੇਖੀ ਜੋ ਬਾਰ-ਬਾਰ TV ਦੀ ਸਕਰੀਨ 'ਤੇ ਨਜ਼ਰ ਆ ਰਹੀ ਸੀ। ਇਹ ਇੱਕ ਨਵਾਂ ਕੰਪਿਊਟਰ ਸੀ ਜੋ ਬੈਲ ਕੰਪਨੀ ਦਾ ਸੀ। ਇਸ ਦੀਆਂ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਵਿੱਚ ਤੇਜ਼ ਪ੍ਰੋਸੈਸਰ ਅਤੇ ਅਵਿਸ਼ਵਾਸਯੋਗ ਉੱਚ ਸਟੋਰੇਜ ਸੀ। ਜਿਵੇਂ ਆਪਾਂ ਮੋਬਾਈਲ ਦੇ ਵਿੱਚ ਦੇਖਦੇ ਨਾ, ਵੀ ਕਈ ਵਾਰੀ ਆਪਾਂ ਕਹਿੰਦੇ ਵੀ ਇਹ ਮੋਬਾਈਲ ਜਿਹੜਾ ਆ ਇਹ ਭਰ ਗਿਆ ਆ,
ਤਾਂ ਉਹਦੇ ਵਿੱਚ ਆਪਾਂ ਫੋਟੋਜ਼ ਵੀਡੀਓ ਡਿਲੀਟ ਕਰਦੇ ਤਾਂ ਕਿ ਉਹ ਕੁਝ ਸਪੇਸ ਬਣੇ ਖਾਲੀ ਹੋਵੇ। ਇੱਦਾਂ ਸਟੋਰੇਜ ਕੰਪਿਊਟਰ ਦੇ ਵਿੱਚ ਵੀ ਹੁੰਦੀ ਆ। Every time I saw it, I was intrigued. I would go online and watch people reviewing the computer just to find out more about its features. I would read articles about its features in tech magazines. ਜਿੰਨੀ ਵਾਰੀ ਮੈਂ ਇਸ ਨੂੰ ਦੇਖਿਆ, ਕਿਸ ਨੂੰ, ਮਸ਼ਹੂਰੀ ਨੂੰ, ਮੈਨੂੰ ਲੱਗਿਆ ਕੋਈ ਸਾਜ਼ਿਸ਼ ਵਿੱਚ ਫਸ ਰਿਹਾ ਆ, ਯਾਨੀ ਕੋਈ ਮੈਨੂੰ ਆਪਣੇ ਵੱਲ ਖਿੱਚ ਰਿਹਾ ਆ। ਮੈਂ ਔਨਲਾਈਨ ਗਿਆ, ਔਨਲਾਈਨ ਮਤਲਬ ਆਪਾਂ ਫੋਨ 'ਤੇ ਜਾਂ ਕੰਪਿਊਟਰ ਦੇ ਉੱਤੇ ਨੈੱਟ ਤੋਂ ਜਿਹੜੀਆਂ ਚੀਜ਼ਾਂ ਲੱਭੀਆਂ ਆਪਾਂ, ਉਹਦੇ ਵਾਸਤੇ ਆਪਾਂ ਔਨਲਾਈਨ ਜਾਂਦੇ ਹਾਂ। ਲੋਕਾਂ ਦੇ ਇਸ ਕੰਪਿਊਟਰ ਬਾਰੇ ਵਿਚਾਰ ਲੱਭੇ। ਹੁਣ ਕਿਉਂਕਿ ਚੀਜ਼ ਨਵੀਂ ਸੀ, ਜਿਨ੍ਹਾਂ ਲੋਕਾਂ ਨੇ ਲਈ ਸੀਗੀ ਉਹਨਾਂ ਦੇ ਵਿਚਾਰ ਉਸ ਬਾਰੇ, ਕੰਪਿਊਟਰ ਦੇ ਬਾਰੇ ਜਿਹੜੇ ਉਹਨਾਂ ਨੇ ਵਿਚਾਰ ਦਿੱਤੇ ਹੋਏ ਸੀ, ਲੋਕਾਂ ਦੇ ਵਿਚਾਰ ਪੜ੍ਹੇ ਵੀ ਉਹ ਉਹਨਾਂ ਦੇ ਵਿਚਾਰ, ਜਿਨ੍ਹਾਂ ਨੇ ਚੀਜ਼ ਲਈ ਵੀ ਉਹ ਕਿਹੋ ਜਿਹਾ ਕੰਪਿਊਟਰ, ਕੀ ਇਹ ਸਹੀ ਆ, ਜੋ ਕਿ ਜ਼ਿਆਦਾਤਰ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਸਨ। ਮੈਂ ਤਕਨੀਕੀ ਪੱਤਰਕਾਵਾਂ ਵਿੱਚ ਇਸ ਦੇ ਬਾਰੇ ਲੇਖ ਵੀ ਪੜ੍ਹੇ, ਯਾਨੀ ਅਖਬਾਰਾਂ ਦੇ ਵਿੱਚ ਜਾਂ ਮੈਗਜ਼ੀਨ ਦੇ ਵਿੱਚ, ਜਿੱਥੇ ਕੰਪਿਊਟਰ ਨਾਲ ਰਿਲੇਟਡ ਮੈਗਜ਼ੀਨ ਹੈਗੀਆਂ, ਉਹਦੇ ਵਿੱਚ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਆ ਤਾਂ ਉਹਦੇ ਬਾਰੇ ਡਿਟੇਲ 'ਚ ਦੱਸਿਆ ਜਾਂਦਾ ਵੀ ਕਿਹੋ ਜਿਹੀ ਆ ਅਤੇ ਇਹਦੇ ਵਿੱਚ ਕੀ ਕੁਛ ਹੈ ਅਤੇ ਇਹਦਾ ਕੀ ਫਾਇਦਾ ਹੋਣਾ। ਕਹਿੰਦਾ ਉਹ ਵੀ ਮੈਂ ਪੜ੍ਹਿਆ। It appeared to be an ultimate computer while the limitations of my own computer made me unhappy. But my parents refused to buy me the computer when I asked them about it. ਇਹ ਦੇਖਣ ਵਿੱਚ ਇੱਕ ਬਹੁਤ ਵਧੀਆ ਕੰਪਿਊਟਰ ਲੱਗ ਰਿਹਾ ਸੀ, ਜਦ ਕਿ ਮੇਰਾ ਆਪਣਾ ਕੰਪਿਊਟਰ ਕੁਝ ਸੀਮਾਵਾਂ, ਯਾਨੀ ਕੁਝ ਰੋਕਾਂ ਦੇ ਕਾਰਨ ਮੈਨੂੰ ਨਾਖੁਸ਼ ਕਰਦਾ ਸੀ, ਕਿਉਂਕਿ ਪੁਰਾਣੀ ਚੀਜ਼ ਸੀ, ਉਹਦੀ ਸਟੋਰੇਜ ਘੱਟ ਸੀ, ਹੋ ਸਕਦਾ ਉਹ ਗੇਮਾਂ ਖੇਡਦਾ ਹੋਵੇ, ਉਹ ਗੇਮ ਨਾ ਚੱਲਦੀ ਹੋਵੇ ਜਾਂ ਬੰਦ ਹੋ ਜਾਂਦਾ ਹੋਵੇ। ਮੇਰੇ ਮਾਤਾ ਪਿਤਾ ਨੇ ਮੈਨੂੰ ਮਨ੍ਹਾ ਕਰ ਦਿੱਤਾ। ਕਾਹਦੇ ਲਈ? ਵੀ ਅਸੀਂ ਕੰਪਿਊਟਰ ਤੈਨੂੰ ਨਹੀਂ ਲੈ ਕੇ ਦੇਣਾ। ਜਦੋਂ ਮੈਂ ਉਹਨਾਂ ਨੂੰ ਇਸ ਬਾਰੇ ਕਿਹਾ। ਸੋ ਬੱਚਿਓ, ਆਹ ਕੰਪਿਊਟਰ ਦੀ ਫੋਟੋ ਆ, ਆਫਰ ਦਿੱਤਾ ਹੋਇਆ ਦੇਖੋ, ਬੈਲ ਕੰਪਨੀ। ਇੱਦਾਂ TV ਦੀ ਸਕਰੀਨ ਦੇ ਉੱਤੇ ਜਿਵੇਂ ਕੋਈ ਨਾਟਕ ਜਾਂ ਕੋਈ ਫਿਲਮ ਦੇਖ ਰਿਹਾ ਸੀ ਤਾਂ ਇੱਦਾਂ ਮਸ਼ਹੂਰੀ ਆਉਂਦੀ ਸੀ, ਉਹ ਮਸ਼ਹੂਰੀ ਦੇਖ ਕੇ ਉਹਨੂੰ ਲੱਗ ਰਿਹਾ ਸੀ ਵੀ ਆਹ ਮੇਰੇ ਕੋਲ ਹੋਣਾ ਚਾਹੀਦਾ। Looking back now, I probably did not even need all those extra features. I could do everything I wanted to do on my own computer without running into any issues, but the consumerist in me seemed to think otherwise. ਮੈਂ ਦੇਖਿਆ ਹੈ ਅਸਲ ਵਿੱਚ ਮੈਨੂੰ ਇਹਨਾਂ ਵਿਸ਼ੇਸ਼ਤਾਵਾਂ ਦੀ ਲੋੜ ਨਹੀਂ ਸੀ। ਜੋ ਚੀਜ਼ਾਂ, ਜੋ ਕੁਆਲਿਟੀਜ਼, ਜੋ ਵਿਸ਼ੇਸ਼ਤਾਵਾਂ ਉਹ ਦੱਸੀਆਂ ਜਾ ਰਹੀਆਂ ਸੀ ਨਾ ਨਵੇਂ ਕੰਪਿਊਟਰ ਬਾਰੇ, ਕਹਿੰਦਾ ਮੈਨੂੰ ਵੈਸੇ ਉਹਦੀ ਲੋੜ ਨਹੀਂ ਸੀ। ਮੈਂ ਉਹ ਸਭ ਕੁਛ ਆਪਣੇ ਉਸ ਕੰਪਿਊਟਰ ਦੇ ਕਰ ਸਕਦਾ ਸੀ ਬਿਨਾਂ ਪਰੇਸ਼ਾਨੀ ਤੇ, ਪਰ ਮੇਰੇ ਅੰਦਰ ਦਾ ਪ੍ਰਯੋਗ ਕਰਨ ਵਾਲਾ, ਯਾਨੀ ਮੇਰੇ ਅੰਦਰ ਵਾਲਾ ਜਿਹੜਾ ਇਨਸਾਨ ਸੀਗਾ, ਜਿਹੜਾ ਖਪਤਕਾਰ ਸੀ, ਜਿਹੜਾ ਉਪਭੋਗਤਾ ਸੀ, ਉਹ ਕੁਝ ਹੋਰ ਸੋਚ ਰਿਹਾ ਸੀ। ਉਹਦੇ ਅੰਦਰ, ਯਾਨੀ ਮੇਰੇ ਅੰਦਰ ਖਿੱਚ ਪੈਦਾ ਹੋ ਗਈ ਉਹਨੂੰ ਲੈਣ ਦੇ ਲਈ। ਮੈਨੂੰ ਲੋੜ ਨਹੀਂ ਸੀ ਉਹਦੀਆਂ ਫੀਚਰਸ ਦੀਆਂ, ਪਰ ਮੈਂ ਚਾਹੁੰਦਾ ਸੀ ਉਹ ਮੇਰੇ ਕੋਲ ਹੋਵੇ। ਆਫਟਰ ਅ ਵਾਈਲ ਮਾਈ ਪੇਰੈਂਟਸ ਨੋਟਿਸਡ ਹਾਊ ਓਬਸੈਸਡ ਹੁੰਦਾ ਵੀ ਜਦੋਂ ਆਪਾਂ ਹੁੰਦਾ ਵੀ ਨਹੀਂ ਆ ਤਾਂ ਮੈਂ ਕਰਨਾ ਹੀ ਕਰਨਾ ਆ, ਇੱਦਾਂ ਹੋਣਾ ਹੀ ਚਾਹੀਦਾ, ਉਹਦੇ ਲਈ ਓਬਸੈਸਡ ਵਰਡ ਹੁੰਦਾ, ਜਨੂਨ ਸਵਾਰ ਹੋਣਾ, ਭੂਤ ਸਵਾਰ ਹੋਣਾ। I was with this new computer, so they decided to give me a chance to earn it. Earn ਮਤਲਬ ਕਮਾਉਣਾ। ਕੁਝ ਦੇਰ ਬਾਅਦ ਮੇਰੇ ਮਾਂ-ਬਾਪ ਦੇ ਧਿਆਨ ਵਿੱਚ ਆਇਆ ਕਿ ਮੇਰੇ ਉੱਤੇ ਇਸ ਕੰਪਿਊਟਰ ਦਾ ਭੂਤ ਸਵਾਰ ਹੋ ਗਿਆ ਹੈ, ਕਿਉਂਕਿ ਮੈਂ ਬਾਰ-ਬਾਰ ਉਹਦੀਆਂ ਗੱਲਾਂ ਕਰਦਾ ਸੀ, ਬਾਰ-ਬਾਰ ਉਹਨੂੰ ਦੇਖਦਾ ਸੀ, ਬਾਰ-ਬਾਰ ਆਪਣੇ ਮਾਂ-ਪਿਓ ਨੂੰ ਕਹਿੰਦਾ ਸੀ। ਸੋ ਉਹਨਾਂ ਨੇ ਇਹ ਤੈਅ ਕੀਤਾ ਕਿ ਉਹ ਮੈਨੂੰ ਇੱਕ ਮੌਕਾ ਦੇਣਗੇ ਇਸ ਨੂੰ ਕਮਾ ਕੇ ਖਰੀਦਣ ਦਾ। ਕਹਿਣ ਦਾ ਮਤਲਬ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੈਨੂੰ ਮੌਕਾ ਦੇਵਾਂਗੇ, ਤੂੰ ਪੈਸੇ ਕਮਾ ਅਤੇ ਕਮਾ ਕੇ ਤੂੰ ਉਹ ਕੰਪਿਊਟਰ ਖਰੀਦ ਸਕਦਾ। ਇਹ ਆਫਰ ਉਹਨਾਂ ਨੇ ਆਪਣੇ ਉਸ ਬੱਚੇ ਨੂੰ ਦਿੱਤੀ। ਦੇ ਟੋਲਡ ਮੀ ਇਫ ਆਈ ਸਟਾਰਟਿਡ ਡੂਇੰਗ ਹਾਊਸ ਚੋਰਸ ਵਰਡ ਯੂਜ਼ ਹੋਇਆ ਕੰਮਾਂ ਵਾਸਤੇ, ਘਰ ਦੇ ਕੰਮਾਂ ਲਈ। ਦੇ ਵੁੱਡ ਗਿਵ ਮੀ ਮਨੀ ਫਾਰ ਇਟ ਐਂਡ ਆਈ ਕੁਡ ਸੇਵ up until I had enough to buy the computer on my own. ਉਹਨਾਂ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਘਰ ਦੇ ਕੰਮ ਕਰਨੇ ਸ਼ੁਰੂ ਕਰ ਦੇਵਾਂ
ਤਾਂ ਉਹ ਮੈਨੂੰ ਕੁਝ ਪੈਸੇ ਦੇਣਗੇ। ਉਹਨਾਂ ਨੇ ਉਹਨੂੰ ਆਫਰ ਦਿੱਤੀ ਵੀ ਘਰ ਦੇ ਜਿਹੜੇ ਕੰਮ ਆ ਉਹ ਜੇਕਰ ਤੂੰ ਕੁਛ ਕਰੇਂਗਾ, ਅਸੀਂ ਤੈਨੂੰ ਕੰਮ ਕਵਾਂਗੇ, ਤੂੰ ਉਹ ਕੰਮ ਕਰੀ ਜਾਏਂਗਾ ਤਾਂ ਅਸੀਂ ਤੈਨੂੰ ਕੁਝ ਪੈਸੇ ਦੇਵਾਂਗੇ, ਤੂੰ ਉਹਨਾਂ ਨੂੰ ਬਚਾ ਲਵੀਂ ਅਤੇ ਉਹਨਾਂ ਪੈਸਿਆਂ ਨੂੰ ਬਚਾ ਕੇ ਤੂੰ ਇਕੱਠੇ ਕਰਕੇ ਆਪਣਾ ਇੱਕ ਕੰਪਿਊਟਰ ਖਰੀਦ ਸਕਦਾ ਆ। ਇਟ ਸੀਮਡ ਲਾਈਕ ਏ ਗੁੱਡ ਆਈਡੀਆ ਐਂਡ ਆਈ ਜੰਪਡ ਐਟ ਦਾ ਓਪਰਚੁਨਿਟੀ ਹੁੰਦਾ ਮੌਕਾ। The very next day I started waking up early to make extra time to be able to do more chores। ਇਹ ਇੱਕ ਵਧੀਆ ਵਿਚਾਰ ਦੀ ਤਰ੍ਹਾਂ ਲੱਗਦਾ ਸੀ ਅਤੇ ਮੈਂ ਇਸ ਮੌਕੇ ਲਈ ਮੰਨ ਗਿਆ ਕਿਉਂਕਿ ਮੈਨੂੰ ਪੈਸੇ ਮਿਲਣੇ ਸੀ। ਉਹਨਾਂ ਪੈਸਿਆਂ ਤੋਂ ਮੈਂ ਕੰਪਿਊਟਰ ਖਰੀਦਣਾ, ਇਸ ਲਈ ਮੈਂ ਮੰਨ ਗਿਆ ਮੈਂ ਘਰ ਦੇ ਕੰਮ ਕਰੂੰਗਾ ਅਤੇ ਮੈਨੂੰ ਪੈਸੇ ਮਿਲਣਗੇ। ਅਗਲੇ ਹੀ ਦਿਨ ਮੈਂ ਹੋਰ ਕੰਮ ਕਰਨ ਲਈ ਵਾਧੂ ਸਮਾਂ ਦੇਣ ਲਈ ਜਲਦੀ ਜਾਗਣਾ ਸ਼ੁਰੂ ਕਰਤਾ ਹੈ। ਯਾਨੀ ਅੱਗੇ ਲੇਟ ਉੱਠਦਾ ਸੀ, ਹੁਣ ਕਿਉਂਕਿ ਉਹਨੂੰ ਪਤਾ ਸੀ ਕੰਮ ਕਰਨੇ ਆ ਤਾਂ ਉਹਨੇ ਛੇਤੀ ਉੱਠਣਾ ਸ਼ੁਰੂ ਕਰਤਾ। ਆਈ ਵੁੱਡ ਡੂ ਦਾ ਡਿਸ਼ਿਜ਼ ਵਰਡ ਯੂਜ਼ ਹੁੰਦਾ ਭਾਂਡੇ ਧੋਣ ਦੇ ਲਈ। 3 times a day ਟੇਕ ਦਾ ਗਾਰਬੇਜ ਆਊਟ, ਗਾਰਬੇਜ ਹੁੰਦਾ ਕੂੜਾ ਕਰਕਟ। ਮੋw ਦਾ ਲੌਨ ਔਨ ਦਾ ਵੀਕਐਂਡਸ ਹੁੰਦਾ ਹਫਤੇ ਦੇ ਅਖੀਰ 'ਚ। ਕਲੀਨ ਦਾ ਹੋਲ ਹਾਊਸ ਐਂਡ ਵਾਸ਼ ਦਾ ਕਾਰ ਵੈਨ ਐਵਰ ਨੀਡਿਡ। ਮੈਂ ਦਿਨ ਵਿੱਚ 3 ਵਾਰ ਭਾਂਡੇ ਸਾਫ਼ ਕਰਦਾ, ਕੂੜਾ ਬਾਹਰ ਸੁੱਟਦਾ। ਹਫਤੇ ਦੇ ਅਖੀਰ ਵਿੱਚ ਘਾਹ ਦੇ ਮੈਦਾਨ, ਜਿਵੇਂ ਘਰਾਂ 'ਚ ਲੋਕਾਂ ਨੇ ਘਾਹ ਲਾਇਆ ਹੁੰਦਾ ਸਾਹਮਣੇ ਅਤੇ ਉਹਨੂੰ ਘਾਹ ਨੂੰ ਕੱਟਣਾ ਪੈਂਦਾ। ਹਫਤੇ ਦੇ ਅਖੀਰ 'ਚ ਉਹ ਕਹਿੰਦਾ ਮੈਂ ਉਹਨੂੰ ਘਾਹ ਨੂੰ ਵੀ ਮਸ਼ੀਨ ਦੇ ਨਾਲ ਕੱਟਦਾ ਜਾਂ ਕੈਂਚੀ ਨਾਲ ਕੱਟਦਾ। ਪੂਰੇ ਘਰ ਨੂੰ ਸਾਫ਼ ਕਰਦਾ ਅਤੇ ਜਦੋਂ ਵੀ ਲੋੜ ਹੋਵੇ ਕਾਰ ਨੂੰ ਵੀ ਧੋਂਦਾ। ਇਹ ਕੰਮ ਉਹ ਕਰਨ ਲੱਗ ਪਿਆ। I was working tirelessly every day until my whole body was sore ਮਤਲਬ ਦੁਖਣਾ, just to wake up the next day and do it again. Eventually I got used to it and it became easier. I also got more efficient at it and soon I was doing everything a lot quicker. ਅਗਲੇ ਦਿਨ ਜਾਗਣ ਅਤੇ ਦੁਬਾਰਾ ਕੰਮ ਕਰਨ ਨਾਲ ਮੇਰਾ ਸਾਰਾ ਸਰੀਰ ਦੁਖਣ ਲੱਗਾ। ਮੈਂ ਹਰ ਰੋਜ਼ ਅਣਥੱਕ ਮਿਹਨਤ ਕਰ ਰਿਹਾ ਸੀ, ਯਾਨੀ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਸੀ। ਆਖਿਰਕਾਰ ਮੈਂ ਇਸ ਦਾ ਆਦੀ ਹੋ ਗਿਆ ਅਤੇ ਇਹ ਸੌਖਾ ਹੋ ਗਿਆ। ਆਪਾਂ ਇੱਕ ਕੰਮ ਨੂੰ ਜਦੋਂ ਬਾਰ-ਬਾਰ ਕਰਦੇ ਹਾਂ ਨਾ ਫਿਰ ਸਾਨੂੰ ਸੌਖਾ ਲੱਗਣ ਲੱਗਦਾ। ਸ਼ੁਰੂ 'ਚ ਔਖਾ ਲੱਗਦਾ ਤਾਂ ਉਹਨੂੰ ਸੌਖਾ ਲੱਗਣ ਲੱਗ ਪਿਆ ਉਹ ਕੰਮ ਕਰਨਾ, ਆਦਤ ਪੈ ਗਈ ਉਹਨੂੰ। ਮੈਂ ਇਸ ਵਿੱਚ ਵਧੇਰੇ ਕੁਸ਼ਲ ਹੋ ਗਿਆ ਅਤੇ ਜਲਦੀ ਹੀ ਮੈਂ ਸਭ ਕੁਝ ਬਹੁਤ ਤੇਜ਼ੀ ਨਾਲ ਕਰਨ ਲੱਗ ਪਿਆ। ਜਿਹੜਾ ਕੰਮ ਕਰਨ ਨੂੰ ਅੱਗੇ ਉਹਨੂੰ ਟਾਈਮ ਲੱਗਦਾ ਸੀ ਹੁਣ ਉਹ ਛੇਤੀ ਕਰਨ ਲੱਗ ਪਿਆ। As I got quicker, I started having more free time and didn't really know what to do with it. Please Dad, is there anything else you need help with? I'm willing to do anything, just lay it on me. Give me more chores. I remember pleading with Dad. Pleading word use ਹੁੰਦਾ ਸਿਫਾਰਿਸ਼ ਕਰਨਾ ਜਾਂ ਕਿਸੇ ਗੱਲ ਲਈ ਕਿਸੇ ਨੂੰ ਕਹਿਣਾ। ਜਿਵੇਂ ਹੀ ਮੈਂ ਤੇਜ਼ੀ ਨਾਲ ਆਇਆ, ਯਾਨੀ ਤੇਜ਼ੀ ਫੜ ਲਈ ਕੰਮਾਂ ਦੇ ਵਿੱਚ, ਮੇਰੇ ਕੋਲ ਵਧੇਰੇ ਖਾਲੀ ਸਮਾਂ ਹੋਣਾ ਸ਼ੁਰੂ ਹੋਇਆ ਅਤੇ ਅਸਲ ਵਿੱਚ ਮੈਨੂੰ ਨਹੀਂ ਪਤਾ ਸੀ ਕਿ ਇਸ ਨਾਲ ਕੀ ਕਰਨਾ ਆ। ਯਾਨੀ ਹੁਣ ਟਾਈਮ ਉਹਦੇ ਕੋਲ ਬਚਣ ਲੱਗ ਪਿਆ। ਉਹ ਕਹਿੰਦਾ ਮੈਂ ਇਸ ਵਾਧੂ ਸਮੇਂ ਦਾ ਹੁਣ ਕੀ ਕਰਾਂ। ਕਿਰਪਾ ਕਰਕੇ ਡੈਡੀ ਜੀ, ਆਪਣੇ ਪਿਤਾ ਨੂੰ ਕਹਿੰਦਾ, ਕਿਰਪਾ ਕਰਕੇ ਕੀ ਤੁਸੀਂ ਕੋਈ ਹੋਰ ਮਦਦ ਦੀ ਜਾਂ ਤੁਹਾਨੂੰ ਕਿਸੇ ਹੋਰ ਮਦਦ ਦੀ ਲੋੜ ਹੈ, ਤੁਹਾਡੇ ਕੋਲ ਕੋਈ ਹੋਰ ਕੰਮ ਹੈਗਾ ਮੈਨੂੰ ਦੱਸ ਦਿਓ। ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ, ਬਸ ਮੈਨੂੰ ਦੱਸੋ, ਮੈਨੂੰ ਹੋਰ ਕੰਮ ਦਿਓ। ਮੈਂ ਯਾਦ ਨਾਲ ਡੈਡ ਨੂੰ ਸਿਫਾਰਿਸ਼ ਕਰਦਾ, ਜੇ ਡੈਡੀ ਨੂੰ ਬਾਰ-ਬਾਰ ਕਹਿੰਦਾ ਵੀ ਜੇ ਤੁਹਾਨੂੰ ਕੋਈ ਹੋਰ ਕੰਮ ਹੈਗਾ ਮੈਨੂੰ ਦੱਸੋ ਤਾਂ ਕਿ ਮੈਂ ਹੋਰ ਪੈਸੇ ਕਮਾ ਸਕਾਂ। ਆਈ ਵਾਜ਼ ਓਬਸੈਸਡ ਫਿਰ ਵਰਡ ਸੀ ਉਹੀ, ਜਿਵੇਂ ਭੂਤ ਸਵਾਰ ਹੋਣਾ, ਜਨੂੰਨ ਹੋਣਾ, ਕੰਮ ਕਰਨ ਦੇ ਲਈ ਬਹੁਤ ਜ਼ੋਰ ਲਾਉਣਾ। Any free time I had, I wanted to fill it with more work and more money. Since the summer breaks was almost over and I knew I would have less time once I started to school again, so I wanted to work as much as possible during the break. ਮੇਰੇ ਉੱਤੇ ਜਨੂੰਨ ਸਵਾਰ ਸੀ। ਕੋਈ ਵੀ ਖਾਲੀ ਸਮਾਂ ਮੇਰੇ ਕੋਲ ਹੋਵੇ ਮੈਂ ਵਧੇਰੇ ਕੰਮ ਕਰਨਾ ਚਾਹੁੰਦਾ ਸੀ ਅਤੇ ਵਧੇਰੇ ਪੈਸੇ ਕਮਾਉਣਾ ਚਾਹੁੰਦਾ ਸੀ। ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਲਗਭਗ ਖਤਮ ਹੋ ਚੁੱਕੀਆਂ ਸੀ, ਯਾਨੀ ਛੁੱਟੀਆਂ ਮੁੱਕਣ ਵਾਲੀਆਂ ਸੀ। ਮੈਂ ਜਾਣਦਾ ਸੀ ਕਿ ਜਦੋਂ ਮੈਂ ਦੁਬਾਰਾ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਮੇਰੇ ਕੋਲ ਘੱਟ ਸਮਾਂ ਹੋਵੇਗਾ।
ਕਹਿੰਦਾ ਜਦੋਂ ਮੈਂ ਸਕੂਲ ਜਾਣ ਲੱਗ ਪਿਆ, ਫਿਰ ਸਕੂਲ ਜਾਣ ਦਾ ਟਾਈਮ, ਫਿਰ ਸਕੂਲ ਦਾ ਕੰਮ ਕਰਨਾ, ਫਿਰ ਮੇਰੇ ਕੋਲ ਘਰ ਦੇ ਕੰਮ ਲਈ ਟਾਈਮ ਘੱਟ ਹੋਊਗਾ ਤਾਂ ਮੈਂ ਪੈਸੇ ਜਿਹੜੇ ਕਮਾ ਨਹੀਂ ਸਕੂੰਗਾ। ਇਸ ਲਈ ਮੈਂ ਬ੍ਰੇਕ ਦੇ ਦੌਰਾਨ ਵੱਧ ਤੋਂ ਵੱਧ ਕੰਮ ਕਰਨਾ। ਬ੍ਰੇਕ ਕਿਹੜੀ? ਸਭ ਗਰਮੀਆਂ ਦੀਆਂ ਛੁੱਟੀਆਂ ਦੀ ਬ੍ਰੇਕ। It took me a few months, but I eventually saved up enough to buy myself the Bell computer. It was a week before my birthday, and I went to the Bell Center to place an order. I knew it would take at least a week for the store to get it in case it was out of stock. Out of stock ਦਾ ਮਤਲਬ ਹੁੰਦਾ ਦੁਕਾਨ 'ਤੇ ਜਾਂ ਉਸ ਕੰਪਨੀ ਦੇ ਵਿੱਚ ਉਹ ਸਮਾਨ ਨਾ ਹੋਣਾ। ਉਹਦੇ ਲਈ ਵਰਡ ਯੂਜ਼ ਹੁੰਦਾ ਆਊਟ ਆਫ ਸਟਾਕ। ਇਸ ਲਈ ਮੈਨੂੰ ਕੁਝ ਮਹੀਨੇ ਲੱਗੇ, ਪਰ ਆਖਰਕਾਰ ਮੈਂ ਕੰਪਿਊਟਰ ਖਰੀਦਣ ਲਈ ਕਾਫੀ ਪੈਸਾ ਬਚਾ ਲਿਆ ਸੀ। ਇਹ ਮੇਰੇ ਜਨਮਦਿਨ ਤੋਂ ਇੱਕ ਹਫ਼ਤਾ ਪਹਿਲਾਂ ਸੀ ਅਤੇ ਮੈਂ ਇੱਕ ਆਰਡਰ ਦੇਣ ਲਈ ਬੈਲ ਸੈਂਟਰ ਗਿਆ। ਬੈਲ ਸੈਂਟਰ ਜਿੱਥੋਂ ਉਹ ਕੰਪਿਊਟਰ ਖਰੀਦਣਾ ਸੀਗਾ, ਉਸ ਦੁਕਾਨ 'ਤੇ ਗਿਆ। ਮੈਨੂੰ ਪਤਾ ਸੀ ਕਿ ਸਟੋਰ ਦੇ ਵਿੱਚ ਨਾ ਹੋਣ ਦੀ ਸਥਿਤੀ ਵਿੱਚ ਇਸ ਨੂੰ ਪ੍ਰਾਪਤ ਕਰਨ ਵਿੱਚ ਘੱਟੋ ਘੱਟ ਇੱਕ ਹਫ਼ਤਾ ਲੱਗ ਜਾਏਗਾ। ਕਹਿੰਦਾ ਜੇਕਰ ਮੰਨ ਲਓ ਨਾ ਹੋਇਆ ਜਿਹੜਾ ਕੰਪਿਊਟਰ ਮੈਂ ਲੈਣਾ, ਤਾਂ ਮੈਨੂੰ ਉੱਥੇ ਆਰਡਰ ਦੇਣਾ ਪੈਣਾ, ਉੱਥੇ ਉਹਨਾਂ ਨੂੰ ਕਹਿਣਾ ਪੈਣਾ ਮੰਗਾ ਦਿਓ, ਅਤੇ ਉਹਨੂੰ ਮੰਗਵਾਉਣ ਦੇ ਵਿੱਚ ਉਹਨਾਂ ਨੂੰ ਇੱਕ ਹਫ਼ਤਾ ਸਮਾਂ ਲੱਗ ਜਾਣਾ, ਜਦ ਕਿ ਉਹ ਚੀਜ਼ ਮੈਨੂੰ ਹੋਣੀ ਚਾਹੀਦੀ ਸੀ। Walked in and went straight to the employee sitting behind the front desk to ask if the computer was available. Oh, you don't need to buy that one. We have another one coming out soon. It is and has double the storage, he said. ਜਦੋਂ ਅੰਦਰ ਚਲੇ ਗਿਆ, ਕਹਿੰਦਾ ਉਸਨੇ ਬੈਲ ਸੈਂਟਰ ਦੇ ਵਿੱਚ ਸਿੱਧੇ ਜਾ ਕੇ ਸਾਹਮਣੇ ਜਿਹੜਾ ਬੰਦਾ ਬੈਠਾ ਸੀਗਾ ਉਹਨੂੰ ਪੁੱਛਿਆ ਵੀ ਕੀ ਜਿਹੜਾ ਕੰਪਿਊਟਰ ਉਹਨੂੰ ਚਾਹੀਦਾ ਉਹ ਹੈਗਾ ਇੱਥੇ ਉਪਲਬਧ ਹੈ ਕਿ ਨਹੀਂ। ਉਹ ਕਹਿੰਦਾ ਅੱਗਿਓਂ ਉਹ ਤੁਹਾਨੂੰ ਉਹ ਖਰੀਦਣ ਦੀ ਲੋੜ ਨਹੀਂ ਹੈ। ਕਹਿੰਦਾ ਉਹ ਕੰਪਿਊਟਰ ਹੁਣ ਪੁਰਾਣਾ ਹੋ ਗਿਆ ਜਿਹੜਾ ਤੁਸੀਂ ਕਹਿ ਰਹੇ ਹੋ, ਹੁਣ ਸਾਡੇ ਕੋਲ ਨਵਾਂ ਕੰਪਿਊਟਰ ਆ ਰਿਹਾ, ਉਹਦੇ ਵਿੱਚ ਜਿਹੜੀ ਉਹਦੀ ਸਟੋਰੇਜ ਹੈਗੀ ਆ, ਜਿਹੜੀ ਉਹਨੂੰ ਉਹਦੇ ਵਿੱਚ ਵੀਡੀਓ ਫੋਟੋਆਂ ਸੇਵ ਕਰਨ ਦੀ क्षमता ਜਿਹੜੀ ਹੈਗੀ ਉਹ ਹੋਰ ਡਬਲ ਕਰਤੀ, ਅਸੀਂ ਹੋਰ ਵਧਾ ਦਿੱਤੀ ਹੈ। ਇਸ ਕਰਕੇ ਤੁਹਾਨੂੰ ਆਹ ਕੰਪਿਊਟਰ ਖਰੀਦਣ ਦੀ ਲੋੜ ਨਹੀਂ, ਤੁਸੀਂ ਉਹ ਲਓ ਜਿਹੜਾ ਨਵਾਂ ਆ ਰਿਹਾ, ਉਹ ਅਗਲੇ ਹਫ਼ਤੇ ਆ ਜਾਣਾ ਸਾਡੇ ਕੋਲ। I got excited for a bit before he told me how much it would cost. I realized I would need another 2 months of doing chores to be able to afford it. ਉਸਨੇ ਮੈਨੂੰ ਦੱਸਿਆ ਕਿ ਉਸ 'ਤੇ ਕਿੰਨਾ ਖਰਚਾ ਆਏਗਾ। ਮੈਂ ਉਸ ਤੋਂ ਥੋੜ੍ਹਾ ਜਿਹਾ ਉਤਸੁਕ ਹੋ ਗਿਆ, ਯਾਨੀ ਪਹਿਲਾਂ ਮੈਨੂੰ ਵਧੀਆ ਲੱਗਾ ਵੀ ਨਵੀਂ ਚੀਜ਼ ਆ ਰਹੀ, ਮੈਂ ਨਵੀਂ ਲਊਂਗਾ। ਫਿਰ ਮੈਂ ਉਹਨੂੰ ਪੁੱਛਿਆ ਵੀ ਭਾਈ ਖਰਚਾ ਕਿੰਨਾ ਹੋਊਗਾ, ਅਤੇ ਜਦੋਂ ਉਹਨੇ ਖਰਚਾ ਦੱਸਿਆ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਸ ਨੂੰ ਲੈਣ ਲਈ 2 ਮਹੀਨੇ ਹੋਰ ਕੰਮ ਕਰਨਾ ਪਿਆ, ਕਿਉਂਕਿ ਉਹ ਨਵੀਂ ਚੀਜ਼ ਸੀ, ਉਹਦਾ ਰੇਟ ਵੀ ਵੱਧ ਸੀ, ਅਤੇ ਇਸ ਕਰਕੇ ਉਹ ਕਹਿੰਦਾ ਵੀ ਜੇ ਇਹਨੂੰ ਲੈਣਾ ਤਾਂ ਮੈਨੂੰ 2 ਮਹੀਨੇ ਹੋਰ ਇਸ ਤਰ੍ਹਾਂ ਕੰਮ ਕਰਕੇ ਫਿਰ ਮੈਂ ਉਹਨੂੰ ਲੈ ਸਕਦਾ ਹਾਂ, ਕਿਉਂਕਿ ਉਹ ਮਹਿੰਗਾ ਸੀ ਉਹਦੇ ਨਾਲੋਂ। ਸੋ ਆਹ ਵਿੱਚੋਂ ਬੈਲ ਕੰਪਿਊਟਰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਆਫਿਸ ਹੈ ਜਿੱਥੇ ਉਹ ਲੈਣ ਗਿਆ ਸੀਗਾ ਚੀਜ਼, ਕੰਪਿਊਟਰ ਲੈਣ ਗਿਆ ਸੀ। That is when I realized how fast technology changes, and no matter how good a machine is, there will always be better, faster model in the market before you fully get used to the one you just got. ਹੁਣ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਕਿੰਨੀ ਤੇਜ਼ੀ ਨਾਲ ਤਕਨੋਲੋਜੀ ਬਦਲਦੀ ਆ, ਨਵੀਂ ਤੋਂ ਨਵੀਂ ਚੀਜ਼ ਆਈ ਜਾਂਦੀ। ਟੈਕਨੋਲੋਜੀ ਬਦਲਣ ਦਾ ਮਤਲਬ ਇਹ ਆ, ਅਤੇ ਇੱਕ ਮਸ਼ੀਨ ਕਿੰਨੀ ਚੰਗੀ ਹੁੰਦੀ ਹੈ ਜਦੋਂ ਆਪਾਂ ਉਹਨੂੰ ਲੈਂਦੇ ਹਾਂ, ਪਰ ਬਾਜ਼ਾਰ ਵਿੱਚ ਉਸ ਤੋਂ ਵੀ ਵਧੀਆ ਮਸ਼ੀਨ ਤੋਂ ਆ ਜਾਂਦੀ, ਉਸ ਤੋਂ ਵਧੀਆ ਚੀਜ਼ ਥੋੜ੍ਹੇ ਚਿਰ ਬਾਅਦ ਹੋਰ ਨਵੀਂ ਆ ਜਾਂਦੀ। ਜਿਵੇਂ ਆਪਾਂ ਮੋਬਾਈਲ ਦੇਖ ਲਓ, ਅਸੀਂ ਹੁਣ ਮੋਬਾਈਲ ਲਿਆ, ਮਹੀਨੇ ਬਾਅਦ ਨਵਾਂ ਮੋਬਾਈਲ ਹੋਰ ਆ ਜਾਂਦਾ, ਨਵੇਂ ਤੋਂ ਨਵੇਂ ਮਾਡਲ ਲਾਂਚ ਹੁੰਦੇ ਰਹਿੰਦੇ ਨਾ। ਤੁਹਾਡੇ ਦੁਆਰਾ ਪੁਰਾਣੀ ਮਸ਼ੀਨ ਦਾ ਪੂਰਾ ਇਸਤੇਮਾਲ ਕਰਨ ਤੋਂ ਪਹਿਲਾਂ ਨਵੀਂ ਮਸ਼ੀਨ ਆ ਜਾਂਦੀ ਹੈ। ਸਾਨੂੰ ਨਵੀਂ ਚੀਜ਼ ਦੀ, ਜੇ ਮੋਬਾਈਲ ਲਿਆ ਅਸੀਂ ਨਵੇਂ ਦੀ ਲੋੜ ਨਹੀਂ ਹੁੰਦੀ, ਸਾਡਾ ਪੁਰਾਣਾ ਮੋਬਾਈਲ ਸਾਰੇ ਕੰਮ ਕਰਦਾ, ਪਰ ਸਾਨੂੰ ਹੁੰਦਾ ਨਹੀਂ ਅਸੀਂ ਨਵਾਂ ਲਈਏ, ਉਹਦੇ 'ਚ ਆ, ਉਹਦੇ 'ਚ ਆ, ਉਹਦੇ 'ਚ ਫੋਟੋ ਵਧੀਆ ਆਉਂਦੀ ਹੈ, ਇਹ ਟੈਕਨੋਲੋਜੀ, ਇਹਨੂੰ ਕਹਿੰਦੇ ਵੀ ਨਵੀਂ ਟੈਕਨੋਲੋਜੀ ਆ ਜਾਂਦੀ। I decided that very moment not to buy the computer, since I didn't want to spend my hard-earned money on something that would go down in value within no time. ਮੈਂ ਉਸੇ ਵੱਲ ਫੈਸਲਾ ਕੀਤਾ ਕਿ ਕੰਪਿਊਟਰ ਨਹੀਂ ਖਰੀਦਣਾ, ਕਿਉਂਕਿ ਮੈਂ ਆਪਣੀ ਮਿਹਨਤ ਦੀ ਕਮਾਈ ਨੂੰ ਕਿਸੇ ਚੀਜ਼ 'ਤੇ ਨਹੀਂ ਖਰਚਣਾ ਚਾਹੁੰਦਾ ਸੀ ਜਿਸ ਦਾ ਮੁੱਲ ਕੁਝ ਸਮੇਂ ਬਾਅਦ ਘਟ ਜਾਵੇਗਾ। ਠੀਕ ਹੈ, ਹੁਣ ਮਸ਼ਹੂਰੀ ਜਿਹੜੀ ਦੇਖ ਰਿਹਾ ਸੀ ਉਹ ਕੰਪਿਊਟਰ ਨਵਾਂ ਸੀਗਾ,
ਹਜੇ ਜਦੋਂ ਉਹਨੇ ਪੈਸੇ ਇਕੱਠੇ ਕੀਤੇ ਲੈਣ ਗਿਆ ਉਹ ਪੁਰਾਣਾ ਹੋ ਗਿਆ। ਤਾਂ ਉਹਨੇ ਸੋਚਿਆ ਵੀ ਜੇ ਹੁਣ ਮੈਂ ਜਿਹੜਾ ਹੁਣ ਨਵਾਂ ਲਊਂਗਾ ਉਹ ਵੀ ਕੁਛ ਚਿਰ ਬਾਅਦ ਪੁਰਾਣਾ ਹੋ ਜਾਂਦਾ, ਮੁੱਲ ਘੱਟ ਹੀ ਜਾਣਾ, ਅਤੇ ਕੰਮ ਤਾਂ ਕੰਪਿਊਟਰ ਨੇ ਉਹੀ ਕਰਨਾ ਜੋ ਮੈਂ ਪੁਰਾਣੇ ਨਾਲ ਕਰਦਾ ਪਿਆ। ਮੇਰਾ ਪੁਰਾਣਾ ਕੰਪਿਊਟਰ ਵੀ ਠੀਕ ਆ, ਸਾਰੇ ਉਹ ਕੰਮ ਕਰਦਾ ਪਿਆ, ਬੇਸ਼ੱਕ ਥੋੜ੍ਹੀ ਬਹੁਤ ਮੁਸ਼ਕਲ ਆਉਂਦੀ ਪਰ ਕੰਮ ਹੁੰਦਾ ਪਿਆ। ਕਹਿੰਦਾ ਮੈਂ ਨਵਾਂ ਲਊਂਗਾ ਫਿਰ ਇਹ ਪੁਰਾਣਾ ਹੋ ਜਾਣਾ, ਫਿਰ ਮੈਂ ਨਵਾਂ ਲਊਂਗਾ, ਕਿੱਦਾਂ ਮੈਂ ਕਿੰਨੇ ਕੁ ਲਊਂਗਾ, ਇਸ ਕਰਕੇ ਉਹ ਕਹਿੰਦਾ ਮੈਂ ਕੰਪਿਊਟਰ ਨਹੀਂ ਲੈਣਾ। I ended up investing all of it in a saving account. This is how I learned the value of money. ਮੈਂ ਇਹ ਸਭ ਪੈਸੇ ਨੂੰ ਜੋ ਉਹਨੇ ਇਕੱਠੇ ਕੀਤੇ ਸੀ, ਕਮਾਏ ਸੀ, ਉਹਨੇ ਆਪਣੇ ਬੈਂਕ ਦੇ ਬਚਤ ਖਾਤੇ ਵਿੱਚ ਜਮ੍ਹਾਂ ਕਰਾਤੇ, ਜਿੱਥੇ ਜਮ੍ਹਾਂ ਕਰਾ ਕੇ ਉਹਨੂੰ ਵਿਆਜ ਮਿਲਣਾ ਸੀ। ਯਾਨੀ ਉਹਦੇ ਪੈਸੇ ਵਧਣੇ ਸੀ, ਘਟਣੇ ਨਹੀਂ ਸੀ। ਪੈਸੇ ਦਾ ਮੁੱਲ ਵਧਣਾ ਸੀ। ਕੰਪਿਊਟਰ ਖਰੀਦ ਲੈਂਦਾ ਅਤੇ ਉਹ ਕੰਪਿਊਟਰ ਦਾ ਮੁੱਲ ਘਟਣਾ ਸੀ, ਯਾਨੀ ਪੈਸੇ ਦੀ ਕੀਮਤ ਘੱਟ ਜਾਣੀ ਸੀ ਉਹਦੀ। ਹੁਣ ਉਹਦੇ ਪੈਸੇ ਵਧੂਗੇ। ਇਸ ਤਰ੍ਹਾਂ ਮੈਂ ਪੈਸੇ ਦੀ ਕੀਮਤ ਨੂੰ ਸਿੱਖਿਆ। ਸੋ ਬੱਚਿਓ, ਇਸ ਤਰ੍ਹਾਂ ਪੈਸਾ ਜਿਹੜਾ ਹੈਗਾ ਉਹ ਤੁਸੀਂ ਵੀ ਸਾਂਭ ਕੇ ਰੱਖਣਾ ਆ, ਠੀਕ ਹੈ। ਆਮ ਤੌਰ 'ਤੇ ਸਾਡੀ ਇੱਛਾ ਹੁੰਦੀ ਹੈ ਨਵੀਂ ਤੋਂ ਨਵੀਂ ਚੀਜ਼ ਲੈਣ ਦੀ, ਪਰ ਜਦ ਤੱਕ ਅਸੀਂ ਸਾਡੇ ਕੋਲ ਪੁਰਾਣੀ ਚੀਜ਼ ਆ ਉਹਦਾ ਅਸੀਂ ਵਧੀਆ ਯੂਜ਼ ਨਹੀਂ ਕੀਤਾ, ਹਾਲੇ ਕਰਦੇ ਪਏ ਹਾਂ, ਉਹ ਸਾਡੀ ਖਰਾਬ ਨਹੀਂ ਹੋਈ, ਉਹਨੂੰ ਵਰਤੋ ਤਾਂ ਕਿ ਜਿਹੜੇ ਉਹ ਪੈਸੇ ਤੁਹਾਡੇ ਕਿਸੇ ਹੋਰ ਕੰਮ ਆ ਜਾਣ। ਸੋ ਇਹ ਲੈਸਨ ਸੀ ਵੈਲਿਊ ਆਫ ਮਨੀ। ਕਿਸ ਤਰ੍ਹਾਂ ਇੱਕ ਬੱਚੇ ਨੇ 14 ਸਾਲ ਦੇ ਬੱਚੇ ਨੇ ਇਹ ਸਿੱਖ ਲਿਆ ਵੀ ਜਿਹੜੇ ਪੈਸੇ ਉਹ ਆਪ ਕਮਾਏ ਆ ਉਹਨੂੰ ਉਹਨੇ ਵਿਅਰਥ ਨਹੀਂ ਜਾਣ ਦੇਣਾ, ਉਹਦਾ ਮੁੱਲ ਉਹਨੇ ਘਟਣ ਨਹੀਂ ਦੇਣਾ। ਸੋ ਬਹੁਤ ਵਧੀਆ ਲੈਸਨ ਆ, ਇਹ ਤੋਂ ਬਹੁਤ ਸਾਰੀ ਸਿੱਖਿਆ ਸਾਨੂੰ ਮਿਲਦੀ ਹੈ। ਧੰਨਵਾਦ।